ਅੱਜ ਇੱਥੇ ਪਹੁੰਚਣ ਦੇ ਉੱਪਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਦੋਸਤੋ ਅੱਜ ਨੋ ਡਾਊਟ ਕਰੋਨਾ ਕੋਵਿਡ ਕਰਕੇ ਰਿਸਟ੍ਰਿਕਸ਼ਨਸ ਬਹੁਤ ਨੇ ਤੇ ਇਸੇ ਕਰਕੇ ਬੜੇ ਛੋਟੇ-ਛੋਟੇ ਤੇ ਚਾਰ ਦੇ ਗਰੁੱਪ ਦੇ ਵਿੱਚ ਆਪਾਂ ਇਕੱਠੇ ਹੋ ਰਹੇ ਹਾਂ। ਤੁਸੀਂ ਸਾਰੇ ਪ੍ਰੀਕਾਸ਼ਨ ਦੇ ਨਾਲ ਆਪਾਂ ਜਿਹੜਾ ਕੰਮ ਹੈ ਪੀਸੀਓ ਕਰਨੀ ਹੈ। ਅੱਜ ਜਿਸ ਮਕਸਦ ਦੇ ਨਾਲ ਆਪਾਂ ਇੱਥੇ ਇਕੱਠੇ ਹੋਏ ਹਾਂ ਉਹਦਾ ਮਕਸਦ ਬੜਾ ਸਪਸ਼ਟ ਹੈ ਕਿ ਪਿਛਲੇ ਸਮੇਂ ਜਦੋਂ ਕਰੋਨਾ ਸ਼ੁਰੂ ਹੋਇਆ ਉਸ ਸਮੇਂ ਕਿਉਂਕਿ ਕਰੋਨਾ ਤੋਂ ਵੀ ਵੱਡੀ ਮੈਂ ਸਮਝਦਾ ਕਿ ਜੇ ਕੋਈ ਸੰਕਟ ਚਾਹੇ ਮੁਲਕ ਦੀ ਸਰਕਾਰ ਹੈ ਚਾਹੇ ਸਟੇਟ ਗਵਰਨਮੈਂਟਸ ਨੇ ਉਹਨਾਂ ਨੂੰ ਜੇ ਕੋਈ ਫੇਸ ਕਰਨਾ ਪੈ ਰਿਹਾ ਹੈ ਤਾਂ ਆਰਥਿਕ ਫਰੰਟ ਦੇ ਉੱਪਰ ਫਾਈਨੈਂਸ਼ੀਅਲ ਫਰੰਟ ਦੇ ਉੱਪਰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਨੋ ਡਾਊਟ ਕਿਉਂਕਿ ਜਦੋਂ ਇਕਨੋਮੀ ਦਾ ਚੱਕਾ ਖੜ ਜਾਂਦਾ ਹੈ ਤੇ ਉਸ ਸਮੇਂ ਇੱਕ ਇਕਨੋਮਿਕ ਰਿਵਾਈਵਲ ਤੇ ਦਾ ਪੈਕੇਜ ਹੈ ਜਿਹੜਾ ਔਰ ਅੱਗੇ ਵੇ ਫਾਰਵਰਡ ਕੀ ਹੋਣਾ ਚਾਹੀਦਾ ਉਹ ਜ਼ਰੂਰੀ ਹੈ। ਤੇ ਇਸ ਸੰਬੰਧ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਨੇ ਇੱਕ ਇਕਨੋਮਿਕ ਰਿਵਾਈਵਲ ਦੀਆਂ ਔਰ ਅੱਗੇ ਦੇ ਪਲਾਨ ਦੀ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਸ ਦੇ ਹੈਡ ਸਰਦਾਰ ਮਨਟੇਕ ਸਿੰਘ ਆਲੂਵਾਲੀਆ ਜੀ ਨੂੰ ਬਣਾਇਆ ਗਿਆ ਔਰ ਕਈ ਮੈਂਬਰਸ ਦੇ ਜਿਹੜੇ ਸਤਿਕਾਰਯੋਗ ਸਾਰੇ ਬੜੇ ਰਿਨੋਨਡ ਔਰ ਲਰਨਡ ਮੈਂਬਰਸ ਨੇ ਉਹ ਪਾਏ ਗਏ ਔਰ ਉਸ ਕਮੇਟੀ ਨੇ ਆਪਦੀ ਸ਼ਾਰਟ ਟਰਮ ਮਿਡ ਟਰਮ ਔਰ ਲੌਂਗ ਟਰਮ ਤਿੰਨ ਤਰੀਕੇ ਦੀ ਰਿਪੋਰਟਸ ਜਿਹੜੀਆਂ ਸਬਮਿਟ ਕਰਨੀ ਸੀ। ਜਿਹਦੀ ਪਹਿਲੀ ਰਿਪੋਰਟ ਹੈ ਉਹ ਉਹਨਾਂ ਨੇ ਸਰਕਾਰ ਨੂੰ ਪਿਛਲੇ ਦਿਨਾਂ ਵਿੱਚ ਸਬਮਿਟ ਕੀਤੀ ਹੈ। ਅੱਜ ਉਹਦੇ ਕੁਝ ਪੁਆਇੰਟਸ ਨੇ ਜਿਹੜੇ ਉਹਦੇ ਉੱਪਰ ਡਿਸਕਸ਼ਨ ਕਰਨ ਦੇ ਲਈ ਤੁਹਾਡੇ ਸਾਹਮਣੇ ਆਇਆ। ਉਹਦੇ ਵਿੱਚ ਤਿੰਨ ਚਾਰ ਜਿਹੜੇ ਮੇਨ ਇੰਪੋਰਟੈਂਟ ਇਸ਼ੂਜ਼ ਉਹਨਾਂ ਨੇ ਰੇਜ਼ ਕੀਤੇ ਨੇ ਜਿਹੜੇ ਸੁਜੈਸਟ ਕੀਤੇ ਨੇ ਉਹਨਾਂ ਦੇ ਉੱਪਰ ਥ੍ਰੈਡਵੇਅਰ ਆਪਾਂ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲੀ ਤਾਂ ਗੱਲ ਉਹਨਾਂ ਨੇ ਕਹੀ ਹੈ ਇਲੈਕਟ੍ਰਿਸਿਟੀ ਦੀ ਕਿਉਂਕਿ ਪਾਵਰ ਇੱਕ ਬੜਾ ਮੇਜਰ ਇਸ਼ੂ ਹੈ ਪੰਜਾਬ ਦਾ ਤੇ ਲੰਬੇ ਸਮੇਂ ਤੋਂ ਪਾਵਰ ਮਾਫੀਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਔਰ ਪਾਵਰ ਸਰਪਲਸ ਸਟੇਟ ਹੋਣ ਦੇ ਬਾਵਜੂਦ ਵੀ ਬਹੁਤ ਮਹਿੰਗੀ ਬਿਜਲੀ ਹੈ ਇੱਥੇ। ਉਹਨਾਂ ਨੇ ਕਿਹਾ ਕਿ ਰੋਪੜ ਔਰ ਲਹਿਰਾ ਮੁਹੱਬਤ ਹੈ ਜਿਹੜਾ ਉਹਨਾਂ ਨੂੰ ਬੰਦ ਕਰਕੇ ਬਠਿੰਡਾ ਦੀ ਤਰਜ਼ ਦੇ ਉੱਪਰ ਇੰਡਸਟਰੀਅਲ ਪਾਰਕ ਨੇ ਜਿਹੜੇ ਉਹ ਕੱਟ ਦਿੱਤੇ ਜਾਣੇ ਚਾਹੀਦੇ ਨੇ। ਇਸ ਤੋਂ ਇਲਾਵਾ ਫ੍ਰੀ ਸਬਸਿਡੀ ਹੈ ਜਿਹੜੀ ਕਿਸਾਨਾਂ ਨੂੰ ਫ੍ਰੀ ਪਾਵਰ ਹੈ ਜਿਹੜੀ ਕਿਸਾਨਾਂ ਨੂੰ ਤਕਰੀਬਨ 14.5 ਲੱਖ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਉਹ ਉਹਨਾਂ ਨੇ ਸਾਰੀਆਂ ਮੁਸੀਬਤਾਂ ਦੀ ਜੜ ਦੱਸੀ ਹੈ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਵੱਡੇ ਸ਼ਹਿਰਾਂ ਦੇ ਵਿੱਚ ਲੁਧਿਆਣਾ ਜਲੰਧਰ ਅੰਮ੍ਰਿਤਸਰ ਜਿਹੜੇ ਵੱਡੇ ਮੈਟਰੋਜ਼ ਨੇ ਉਹਦੇ ਚ ਪਾਵਰ ਡਿਸਟ੍ਰੀਬਿਊਸ਼ਨ ਹੈ ਜਿਹੜੀ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਪ੍ਰਾਈਵੇਟ ਪਲੇਅਰਸ ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ ਔਰ ਇਹਦੇ ਨਾਲ ਹੀ ਪ੍ਰਾਈਵੇਟਾਈਜੇਸ਼ਨ ਉਹਨਾਂ ਨੇ ਕਿਹਾ ਕਿ ਹਰੇਕ ਪ੍ਰੋਬਲਮ ਦਾ ਸੋਲੂਸ਼ਨ ਹੈ ਪੰਜਾਬ ਦੇ ਵਿੱਚ। ਨਾਲ ਹੀ ਉਹਨਾਂ ਨੇ ਜਿਹੜੇ ਖੇਤੀ ਆਰਡੀਨੈਂਸਸ ਨੇ ਉਹਨਾਂ ਦੀ ਇੱਕ ਤਰੀਕੇ ਨਾਲ ਵਕਾਲਤ ਕੀਤੀ ਹੈ ਤੇ ਓਪਨ ਮਾਰਕੀਟ ਦੀ ਕਿ ਕਿਸਾਨਾਂ ਦੀ ਓਪਨ ਮਾਰਕੀਟ ਹੋਣੀ ਚਾਹੀਦੀ ਤੇ ਆਪਦੀ ਫਸਲ ਜਿੱਥੇ ਮਰਜ਼ੀ ਵੇਚ ਸਕਣ ਤੇ ਕਿਸਾਨ ਆਪਦੀ ਜ਼ਮੀਨ ਲੌਂਗ ਟਰਮ ਲੀਜ਼ ਦੇ ਉੱਪਰ ਦੇ ਸਕਣ। ਇਹ ਗੱਲ ਕਰਕੇ ਉਹਨਾਂ ਨੇ ਜਿਹੜੇ ਤਿੰਨ ਖੇਤੀ ਆਰਡੀਨੈਂਸਸ ਨੇ ਉਹਦੀ ਵਕਾਲਤ ਕੀਤੀ ਹੈ ਔਰ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਪੰਜਾਬ ਰੋਡਵੇਜ਼ ਔਰ ਪੀਆਰਟੀਸੀ ਦਾ ਮਰਜਰ ਹੋ ਜਾਣਾ ਚਾਹੀਦਾ ਟਰਾਂਸਪੋਰਟ ਸੈਕਟਰ ਦੀ ਬਿਹਤਰੀ ਦੇ ਲਈ ਔਰ ਨਾਲ ਹੀ ਇੱਕ ਉਹਨਾਂ ਨੇ ਹੋਰ ਗੱਲ ਕਹੀ ਹੈ ਕਿ ਸ਼ਰਾਬ ਦੇ ਉੱਪਰ ਆਉਣ ਵਾਲੇ 2 ਸਾਲਾਂ ਦੇ ਵਿੱਚ ਰੇਟ ਵੀ ਔਰ ਟੈਕਸਿਸ ਵੀ ਨੇ ਜਿਹੜੇ ਉਹ ਵਧਾ ਦਿੱਤੇ ਜਾਣੇ ਚਾਹੀਦੇ ਨੇ। ਇਹ ਉਹਨਾਂ ਦੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਮੋਟੇ-ਮੋਟੇ ਕਰਕਸ ਦੇ ਤੁਹਾਡੇ ਨਾਲ ਡਿਸਕਸ ਕੀਤੀਆਂ ਨੇ। ਮੈਂ ਇਹਦੇ ਉੱਪਰ ਹੁਣ 1 ਬਾਈ 1 ਇਹਦੇ ਉੱਪਰ ਮੈਂ ਡਿਸਕਸ਼ਨ ਕਰਨਾ ਚਾਹੂੰਗਾ। ਦੇਖੋ ਇਸ ਤਰ੍ਹਾਂ ਕਿ ਮਨਟੇਕ ਸਿੰਘ ਆਲੂਵਾਲੀਆ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਬੜੇ ਰਿਨੋਨਡ ਇਕਨੋਮਿਸਟ ਨੇ ਔਰ ਦੇਸ਼ ਦੀ ਪਲੈਨਿੰਗ ਕਮਿਸ਼ਨ ਦੇ ਉਹ ਵਾਈਸ ਚੇਅਰਮੈਨ ਵੀ ਰਹੇ ਨੇ। ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੇ ਆਪਦੀ ਏਜ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ। ਮੈਂ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਇਹ ਠੀਕ ਹੈ ਕਿ ਬਹੁਤ ਨੌਲੇਜੇਬਲ ਨੇ ਉਹ ਪਰ ਪੰਜਾਬ ਦੇ ਹਾਲਤ ਕੀ ਨੇ ਉਹਦੇ ਬਾਰੇ ਸ਼ਾਇਦ ਪੰਜਾਬ ਸਰਕਾਰ ਨੇ ਤੇ ਪੰਜਾਬ ਦੇ ਅਫਸਰਾਂ ਨੇ ਉਹਨਾਂ ਨੂੰ ਚਾਨਣਾ ਨਹੀਂ ਪਾਇਆ ਹੈਗਾ। ਔਰ ਸੱਚਾਈ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਨਹੀਂ ਜਿਹੜੇ ਐਕਸਪਰਟਸ ਨੇ ਪਾਵਰ ਐਕਸਪਰਟਸ ਨੇ ਉਹ ਵੀ ਕਹਿੰਦੇ ਆ ਰਹੇ ਨੇ ਕਿ ਕਿਉਂਕਿ ਜਿਹੜਾ ਬਿਜਲੀ ਸੈਕਟਰ ਹੈ ਉਹ ਪੰਜਾਬ ਦੇ ਬਹੁਤ ਜ਼ਿਆਦਾ ਡਿਪੈਂਡੈਂਸ ਹੈ ਜਿਹੜੀ ਜਨਰੇਸ਼ਨ ਦੇ ਵਿੱਚ ਉਹ ਪ੍ਰਾਈਵੇਟ 3 ਥਰਮਲ ਪਲਾਂਟਾਂ ਦੇ ਉੱਪਰ ਬਣ ਚੁੱਕੀ ਹੈ। ਜਿਹੜੀ ਪੰਜਾਬ ਦੀ ਸਰਕਾਰ ਦੀ ਆਪਦੇ ਸਰਕਾਰੀ ਥਰਮਲ ਪਲਾਂਟਾਂ ਤੋਂ ਜਨਰੇਸ਼ਨ ਜਿਹੜੀ 60% ਹੋਇਆ ਕਰਦੀ ਸੀ ਕਿ 10-11 ਦੇ ਵਿੱਚ ਉਹ ਅੱਜ ਘਟ ਕੇ 15% ਰਹਿ ਗਈ ਹੈ ਔਰ ਉਹ ਜਿਹੜੇ 15% ਨੇ ਉਹ ਵੀ ਸਿਰਫ 15% ਪੀਐਲਐਫ ਯਾਨੀ ਕਿ ਪਲਾਂਟ ਲੋਡ ਫੈਕਟਰ ਦੇ ਉੱਪਰ ਚੱਲਦੇ ਨੇ ਜਿਹਦੀ ਵਜ੍ਹਾ ਕਰਕੇ ਉਸ ਬਿਜਲੀ ਨੂੰ ਮਹਿੰਗੀ ਸ਼ੋਅ ਕੀਤਾ ਜਾਂਦਾ ਹੈ ਤੇ ਇਸੇ ਵਜ੍ਹਾ ਕਰਕੇ ਔਰ ਸ਼ਾਇਦ ਸਰਦਾਰ ਮਨਟੇਕ ਸਿੰਘ ਆਲੂਵਾਲੀਆ ਜੀ ਨੂੰ ਪੰਜਾਬ ਸਰਕਾਰ ਨੇ ਇਹ ਵੀ ਨਾ ਦੱਸਿਆ ਹੋਵੇ ਕਿ ਹਰ ਸਾਲ ਇਹਨਾਂ ਥਰਮਲ ਪਲਾਂਟਾਂ ਦੇ ਨਾਲ ਅਜਿਹੇ ਐਗਰੀਮੈਂਟ ਕੀਤੇ ਹੋਏ ਨੇ ਕਿ 3500 ਕਰੋੜ ਤੱਕ ਜੇ ਉਹਨਾਂ ਤੋਂ ਇੱਕ ਵੀ ਯੂਨਿਟ ਨਾ ਪਰਚੇਸ ਕੀਤਾ ਜਾਵੇ ਤਾਂ
ਪੰਜਾਬ ਸਰਕਾਰ ਨੂੰ ਲੋਕਾਂ ਦੀ ਜੇਬ ਦੇ ਵਿੱਚੋਂ ਕੱਢ ਕੇ ਦਿੱਤਾ ਜਾਵੇਗਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਵੱਲੋਂ ਰੋਪੜ ਤੇ ਲਹਿਰਾ ਮੁਹੱਬਤ ਨੂੰ ਬੰਦ ਕਰਨਾ ਮੈਂ ਸਮਝਦਾ ਕਿ ਬਿਲਕੁਲ ਇਲੌਜੀਕਲ ਹੈ, ਬਿਲਕੁਲ ਇੰਪ੍ਰੈਕਟੀਕਲ ਹੈ। ਇਸੇ ਤਰੀਕੇ ਦੇ ਨਾਲ ਫ੍ਰੀ ਪਾਵਰ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ 14.5 ਲੱਖ ਟਿਊਬਵੈਲਾਂ ਨੂੰ, ਉਹਨਾਂ ਨੂੰ ਮਨਟੇਕ ਸਿੰਘ ਆਹਲੂਵਾਲੀਆ ਜੀ ਦੀ ਕਮੇਟੀ ਨੇ ਸਾਰੀਆਂ ਮੁਸੀਬਤਾਂ ਦੀ ਜੜ ਦੱਸਿਆ। ਮੈਂ ਆਹਲੂਵਾਲੀਆ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਉਹਨਾਂ ਨੇ ਸਿਰਫ ਔਰ ਸਿਰਫ ਨਜ਼ਰੀਆ ਜਿਹੜਾ ਉਹ ਇੱਕ ਇਕਨੋਮਿਸਟ ਵਾਲਾ ਰਿਹਾ ਹੋਊਗਾ, ਪਰ ਕਿਸਾਨਾਂ ਦੇ ਜੋ ਅੱਜ ਤਰਸਯੋਗ ਹਾਲਤ ਬਣੀ ਪਈ ਹੈ, ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕਿਸਾਨੀ ਤਕਰੀਬਨ 1 ਲੱਖ ਕਰੋੜ ਦੀ ਕਰਜ਼ਾਈ ਹੋਈ ਪਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਝੂਠੇ ਲਾਰੇ ਕਿ ਜਿਹੜੇ ਕਹਿੰਦੇ ਸੀ 1 ਲੱਖ ਕਰੋੜ ਦਾ ਅਸੀਂ ਕਰਜ਼ਾ ਮਾਫ ਕਰ ਦਾਂਗੇ, ਤੇ ਦੂਜੇ ਪਾਸੇ ਮੋਦੀ ਸਾਹਿਬ ਕਹਿੰਦੇ ਸੀ ਕਿ 2022 ਦੇ ਵਿੱਚ ਅਸੀਂ ਕਿਸਾਨਾਂ ਦੇ ਆਮਦਨ ਜਿਹੜੀ ਦੁੱਗਣੀ ਕਰ ਦਾਂਗੇ ਔਰ 2 ਕਰੋੜ ਨੌਕਰੀ ਜਿਹੜੀ ਹਰ ਸਾਲ ਦੇਵਾਂਗੇ। ਉਹ ਚੀਜ਼ਾਂ ਨੂੰ ਐਡਰੈਸ ਕੀਤੇ ਬਗੈਰ ਤੁਸੀਂ ਸਿਰਫ ਔਰ ਸਿਰਫ ਜਿਹੜੀ ਪਾਵਰ ਸਬਸਿਡੀ ਨੂੰ ਮੁਸੀਬਤ ਦੀ ਜੜ ਦੱਸੋ, ਮੈਂ ਸਮਝਦਾ ਕਿ ਬਿਲਕੁਲ ਇਲੌਜੀਕਲ ਹੈ, ਬਿਲਕੁਲ ਇੰਪ੍ਰੈਕਟੀਕਲ ਹੈ ਔਰ ਕਿਸਾਨਾਂ ਦੇ ਸਖਤ ਖਿਲਾਫ ਹੈ। ਔਰ ਉਹਨਾਂ ਨੇ ਕਿਹਾ ਕਿ ਡਾਇਰੈਕਟ ਡੀਬੀਟੀ ਹੋਣਾ ਚਾਹੀਦਾ ਹੈ, ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋਣਾ ਚਾਹੀਦਾ ਹੈ ਕਿਸਾਨਾਂ ਨੂੰ ਜੇ ਸਰਕਾਰ ਦੇਣਾ ਚਾਹੁੰਦੀ ਹੈ। ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਸ਼ਾਇਦ ਪੰਜਾਬ ਸਰਕਾਰ ਨੇ ਉਹਨਾਂ ਨੂੰ ਆਪਦੇ ਔਰ ਪੀਐਸਪੀਸੀਐਲ ਦੇ ਰਿਕਾਰਡਸ ਨੇ ਜਿਹੜੇ ਉਹ ਨਹੀਂ ਦਿਖਾਏ ਹੈਗੇ। ਪੰਜਾਬ ਸਰਕਾਰ ਜਿਹੜੀ ਕਿ 6-6 ਹਜ਼ਾਰ ਕਰੋੜ ਰੁਪਇਆ ਪੀਐਸਪੀਸੀਐਲ ਨੂੰ ਨਹੀਂ ਦੇ ਪਾ ਰਹੀ ਹੈਗੀ 3-3 ਸਾਲਾਂ ਤੋਂ, ਉਹ 14.5 ਲੱਖ ਕੰਜ਼ਿਊਮਰਾਂ ਦੇ ਖਾਤੇ ਦੇ ਵਿੱਚ ਕਿੱਥੋਂ ਪਾ ਦੇਣਗੇ? ਸੋ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਅੱਜ ਖੜਾ ਹੁੰਦਾ ਹੈ। ਇਹਦੇ ਨਾਲ ਹੀ ਉਹਨਾਂ ਨੇ ਗੱਲ ਕਹੀ ਹੈ ਕਿ ਜਿਹੜੀ ਬਿਜਲੀ ਹੈ ਪਾਵਰ ਡਿਸਟ੍ਰੀਬਿਊਸ਼ਨ ਉਹ ਵੱਡੇ ਮੈਟਰੋਜ਼ ਨੇ ਜਿਹੜੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਵਰਗੇ ਵੱਡੇ ਸ਼ਹਿਰ ਉਹਨਾਂ 'ਚ ਪ੍ਰਾਈਵੇਟ ਹੈਂਡਸ ਦੇ ਵਿੱਚ ਦੇ ਦਿੱਤੀ ਜਾਣੀ ਚਾਹੀਦੀ ਹੈ। ਇਹ ਕਹਿ ਕੇ ਸਰਦਾਰ ਮਨਟੇਕ ਸਿੰਘ ਆਹਲੂਵਾਲੀਆ ਸ਼ਰੇਆਮ ਜਿਹੜੇ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਕੇਂਦਰ ਸਰਕਾਰ ਲੈ ਕੇ ਆ ਰਹੀ ਹੈ, ਜਿਹਦੇ ਵਿੱਚ ਜਿਹੜੀ ਸਬਸਿਡੀ ਔਰ ਕ੍ਰਾਸ ਸਬਸਿਡੀ ਬੰਦ ਹੋ ਜਾਏਗੀ, ਕਿਸਾਨਾਂ ਨੂੰ ਬਿੱਲ ਜਿਹੜੇ ਉਹ ਦੇਣੇ ਪੈਣਗੇ, ਗੁੱਡ ਇਲੈਕਟ੍ਰਿਸਿਟੀ ਬੈਡ ਇਲੈਕਟ੍ਰਿਸਿਟੀ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ, ਹਰੇਕ ਸ਼ਹਿਰ ਦਾ, ਪਿੰਡਾਂ ਦਾ, ਰੂਰਲ ਦਾ, ਅਰਬਨ ਦਾ ਰੇਟ ਹੈ ਜਿਹੜਾ ਉਹ ਅੱਡੋ-ਅੱਡੀ ਹੋ ਜਾਏਗਾ। ਇਹ ਕਹਿ ਕੇ ਮਨਟੇਕ ਸਿੰਘ ਆਹਲੂਵਾਲੀਆ ਜੀ ਉਸ ਗੱਲ ਦੀ ਮਦਦ ਕਰ ਰਹੇ ਨੇ, ਸਪੋਰਟ ਕਰ ਰਹੇ ਨੇ ਕਿ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈ ਜਿਹੜਾ ਉਹ ਪੰਜਾਬ ਸਰਕਾਰ ਨੂੰ ਹੁਣੇ ਕੈਪਟਨ ਅਮਰਿੰਦਰ ਸਿੰਘ ਸਪਸ਼ਟ ਕਰਨ ਕਿ ਉਹ ਮਨਟੇਕ ਸਿੰਘ ਆਹਲੂਵਾਲੀਆ ਜੀ ਦੀਆਂ ਸਿਫਾਰਿਸ਼ਾਂ ਮੰਨਣਗੇ ਜਾਂ ਉਹ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਹੈ ਉਹਦਾ ਵਿਰੋਧ ਕਰਨਗੇ। ਇਸੇ ਤਰੀਕੇ ਦੇ ਨਾਲ ਪ੍ਰਾਈਵੇਟਾਈਜੇਸ਼ਨ ਉਹਨਾਂ ਨੇ ਕਿਹਾ ਕਿ ਹਰੇਕ ਚੀਜ਼ ਦਾ ਸੋਲੂਸ਼ਨ ਹੈ। ਮੈਂ ਇਹ ਬਿਲਕੁਲ ਨਹੀਂ ਕਹਿੰਦਾ ਹੈਗਾ ਕਿ ਉਹ ਇਸ ਦੇ ਵਿੱਚ 100% ਗਲਤ ਨੇ। ਪ੍ਰਾਈਵੇਟਾਈਜੇਸ਼ਨ ਜੇ ਆਪਾਂ ਵਰਲਡ ਓਵਰ ਦੇਖ ਲਈਏ, ਜਿੱਥੇ ਇਮਾਨਦਾਰ ਸਰਕਾਰਾਂ ਨੇ ਜਿਨ੍ਹਾਂ ਇਕਨੋਮੀਜ਼ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਈ ਗੱਲਾਂ ਦੇ ਵਿੱਚ ਲਾਹੇਵੰਦ ਵੀ ਸਾਬਤ ਹੁੰਦੀ ਹੈ, ਪਰ ਉਦੋਂ ਸਾਬਤ ਹੁੰਦੀ ਹੈ ਜਦੋਂ ਸਰਕਾਰਾਂ ਨੇ ਜਿਹੜੀਆਂ ਉਹ ਇਮਾਨਦਾਰ ਹੋਣ। ਜੇ ਸਰਕਾਰਾਂ ਦੀ ਕਾਸਟ ਦੇ ਉੱਪਰ, ਲੋਕਾਂ ਦੇ ਖਜ਼ਾਨੇ ਦੀ ਕਾਸਟ ਦੇ ਉੱਪਰ ਜੇ ਲੀਡਰਾਂ ਨੇ ਔਰ ਅਫਸਰਾਂ ਨੇ ਤੇ ਪੋਲੀਟੀਕਲ ਲੋਕਾਂ ਨੇ ਜੇ ਆਪਦੀਆਂ ਜੇਬਾਂ ਭਰਨੀਆਂ ਨੇ ਤੇ ਪ੍ਰਾਈਵੇਟਾਈਜੇਸ਼ਨ ਬਹੁਤ ਭਾਰੀ ਪੈ ਸਕਦੀ ਹੈ, ਬਹੁਤ ਮਾਰੂ ਹੋ ਸਕਦੀ ਹੈ। ਇਹ ਆਪਾਂ ਲੰਮੇ ਸਮੇਂ ਤੋਂ, ਚਾਹੇ ਆਪਾਂ ਪਾਵਰ ਜਨਰੇਸ਼ਨ ਦੀ ਆਪਾਂ ਗੱਲ ਕਰ ਲਈਏ, ਉਹਦੇ ਵਿੱਚ ਪੰਜਾਬ ਨੂੰ ਅੱਜ ਹਜ਼ਾਰਾਂ ਕਰੋੜ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸੇ ਤਰੀਕੇ ਦੇ ਨਾਲ ਹੋਰ ਕਈ ਸੈਕਟਰ ਨੇ ਜਿੱਥੇ ਪ੍ਰਾਈਵੇਟਾਈਜੇਸ਼ਨ ਹੈ ਜਿਹੜੀ ਕਿਉਂਕਿ ਸਰਕਾਰ ਦੀਆਂ ਨੀਤੀਆਂ ਮਾੜੀਆਂ ਹੁੰਦੀਆਂ ਨੇ, ਉਹਦੇ ਵਿੱਚ ਆਪਦੇ ਉਹਨਾਂ ਨੇ ਕੁਇਡ ਪ੍ਰੋ ਕਿਉ ਅਰੇਂਜਮੈਂਟ ਕੀਤੇ ਹੁੰਦੇ ਨੇ, ਜਿਹਦੀ ਵਜ੍ਹਾ ਕਰਕੇ ਉਹ ਸਰਕਾਰ ਦਾ ਖਜ਼ਾਨਾ ਲੁੱਟਿਆ ਜਾਂਦਾ ਤੇ ਲੀਡਰਾਂ ਦੇ ਔਰ ਅਫਸਰ ਆਪਦੇ ਜਿਹੜੇ ਘਰ ਨੇ ਉਹ ਭਰ ਲੈਂਦੇ ਨੇ। ਉਸ ਕਰਕੇ ਪ੍ਰਾਈਵੇਟਾਈਜੇਸ਼ਨ ਹੈ ਜਿਹੜੀ ਇਹ ਕਨਸੈਪਟ ਮਾੜਾ ਨਹੀਂ ਹੈ, ਪਰ ਜਿਸ ਤਰੀਕੇ ਦੇ ਹੁਕਮਰਾਨ ਅੱਜ ਔਰ ਇਸ ਤੋਂ ਪਹਿਲਾਂ 10 ਸਾਲ ਰਹੇ ਨੇ ਪੰਜਾਬ ਦੇ ਵਿੱਚ, ਉਹਨਾਂ ਦੀ ਨੀਤਾਂ ਨੂੰ ਦੇਖਦੇ ਹੋਏ ਪ੍ਰਾਈਵੇਟਾਈਜੇਸ਼ਨ ਹੈ ਜਿਹੜੀ ਉਹ ਬਹੁਤ ਘਾਤਕ ਪੰਜਾਬ ਦੇ ਲਈ ਸਿੱਧ ਹੋ ਸਕਦੀ ਹੈ। ਐਗਰੀ ਆਰਡੀਨੈਂਸਿਸ ਦੀ ਉਹਨਾਂ ਨੇ ਗੱਲ ਕੀਤੀ ਹੈ, ਵਨ ਮਾਰਕੀਟ ਦੀ ਬੜੀ ਖੁੱਲ ਕੇ ਆਹਲੂਵਾਲੀਆ ਸਾਹਿਬ ਨੇ, ਡਾਕਟਰ ਮਨਟੇਕ ਸਿੰਘ ਆਹਲੂਵਾਲੀਆ ਨੇ ਸਪੋਰਟ ਕੀਤੀ ਹੈ ਕਿ ਜਿਹੜੇ ਕਿਸਾਨ ਹੈ ਉਹ ਆਪਦੀ ਕਿਸੇ ਵੀ ਥਾਂ ਦੇ ਉੱਪਰ ਉਹ ਫਸਲ ਵੇਚ ਸਕਦਾ। ਵੈਸੇ ਤਾਂ ਬੜੇ ਗਿਆਨੀ ਨੇ, ਸਿਆਣੇ ਨੇ। ਮੈਂ ਦੱਸਣਾ ਚਾਹੂੰਗਾ ਕਿ ਉਹ ਪੰਜਾਬ ਜਿੱਥੇ 85% ਕਿਸਾਨ ਹੈ ਜਿਹੜਾ ਉਹ 5% ਦੀ ਲੈਂਡ ਹੋਲਡਿੰਗ ਜਿਹਦੇ ਕੋਲੋਂ ਘੱਟ ਹੈ, ਤੇ ਉਹ ਯੂਪੀ, ਬਿਹਾਰ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਜਾ ਕੇ ਇੱਕ ਟਰਾਲੀ ਆਪਦੀ ਕਿਵੇਂ ਵੇਚ ਸਕਦਾ ਹੈ, ਇਹ ਸਾਡੀ ਸਮਝ ਤੋਂ ਬਾਹਰ ਹੈ। ਤੇ ਇਹ ਕਹਿ ਕੇ ਮੈਂ ਸਮਝਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸ਼ਾਇਦ ਜਾਣ ਕੇ ਲਿਖਵਾਇਆ ਹੋਵੇ ਕਮੇਟੀ ਦੀ ਰਿਪੋਰਟ ਦੇ ਵਿੱਚ ਮਨਟੇਕ ਸਿੰਘ ਆਹਲੂਵਾਲੀਆ ਜੀ ਤੋਂ, ਤਾਂ ਕਿ ਉਹ ਕੱਲ ਨੂੰ ਜਿਹੜੇ 3 ਖੇਤੀ ਆਰਡੀਨੈਂਸਿਸ ਆ ਰਹੇ ਨੇ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ, ਤਾਂ ਕਿ ਉਹ ਆਨੇ ਬਹਾਨੇ ਉਹਦੀ ਮਦਦ ਕਰ ਸਕਣ। ਇਸੇ ਤਰੀਕੇ ਦੇ ਨਾਲ ਜਿਹੜੀ ਕੁਝ ਕਰ ਇੱਕ ਦੋ ਚੀਜ਼ਾਂ ਸਾਨੂੰ ਇਸ ਦੇ ਵਿੱਚ ਠੀਕ ਵੀ ਲੱਗੀਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੀਆਂ ਲੀਜ਼ਡ ਲੈਂਡਸ ਨੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਉਹ ਮਾਰਕੀਟ ਰੇਟ ਦੇ ਉੱਪਰ, ਮੈਂ ਕਹਿੰਦਾ ਕਿ ਮਾਰਕੀਟ ਰੇਟ ਦੇ ਉੱਪਰ ਨਹੀਂ,
ਡਿਪਟੀ ਕਮਿਸ਼ਨਰ ਜਿਹੜੇ ਡੀਸੀ ਸਰਕਲ ਰੇਟ ਹੈ ਉਹਦੇ ਰੇਟ ਦੇ ਉੱਪਰ ਉਹ ਟ੍ਰਾਂਸਫਰ ਉਹਨਾਂ ਦੇ ਜਿਹੜੇ ਆਕੂਪੈਂਟਸ ਨੇ ਉਹਨਾਂ ਨੂੰ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਇਸੇ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਮਰਜਰ ਹੈ ਜਿਹੜਾ ਪੀਆਰਟੀਸੀ ਉਹ ਪੰਜਾਬ ਰੋਡਵੇਜ਼ ਦਾ ਹੋ ਜਾਣਾ ਚਾਹੀਦਾ ਹੈ। ਬਿਲਕੁਲ ਹੋ ਜਾਣਾ ਚਾਹੀਦਾ ਹੈ, ਕੋਈ ਸਾਨੂੰ ਇਹਦੇ 'ਚ ਇਤਰਾਜ਼ ਨਹੀਂ ਹੈ। ਪਰ ਅਜਿਹੀ ਸਰਕਾਰ ਦੇ ਵਿੱਚ ਕਿ ਜਿੱਥੇ ਟਰਾਂਸਪੋਰਟ ਸੈਕਟਰ ਹੈ ਅੱਜ ਉਹ ਸਿਰਫ ਔਰ ਸਿਰਫ ਜਿਹੜੇ ਵੱਡੇ ਟਰਾਂਸਪੋਰਟਰ ਨੇ ਔਰ ਉਹ ਕੌਣ ਨੇ, ਕਾਂਗਰਸ ਔਰ ਅਕਾਲੀ ਦਲ ਦੇ ਔਰ ਬੀਜੇਪੀ ਦੇ ਜਿਹੜੇ ਵੱਡੇ ਕਦਾਵਰ ਲੀਡਰ ਨੇ ਉਹਨਾਂ ਦਾ ਜਿੱਥੇ ਗਲਬਾ ਹੋਵੇ ਟਰਾਂਸਪੋਰਟ ਸੈਕਟਰ ਦੇ ਵਿੱਚ ਤੇ ਆਪਦੇ ਮੈਨੀਫੈਸਟੋ ਦੀ ਕਮਿਟਮੈਂਟ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ 3.5 ਸਾਲਾਂ ਦੇ ਵਿੱਚ ਸਿਰਫ ਔਰ ਸਿਰਫ ਜਿਹੜੇ ਟਾਈਮ ਟੇਬਲ ਨੇ ਉਹ ਨਾ ਰਿਵਾਈਜ਼ ਕਰ ਸਕੇ ਹੁਣ ਔਰ ਹਾਈ ਕੋਰਟ ਦੀਆਂ ਜਿਹੜਾ ਇੱਕ ਫੈਸਲਾ ਹੈ ਉਹਨੂੰ ਨਾ ਇੰਪਲੀਮੈਂਟ ਕਰ ਸਕੇ ਹੁਣ ਜਿਹੜੇ ਐਕਸਟੈਂਸ਼ਨ ਆਫ ਟ੍ਰਿਪਸ ਐਂਡ ਇਨਕਰੀਜ਼ ਆਫ ਟ੍ਰਿਪਸ ਦੇ ਵਿੱਚ ਤੇ ਅਜਿਹੀ ਸਰਕਾਰ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਔਰ ਇਹਦੇ ਨਾਲ ਹੀ ਲਾਸਟ ਦੇ ਵਿੱਚ ਜਿੰਨਾ ਅੱਜ ਜਿਸ ਇਸ਼ੂ ਦੇ ਉੱਪਰ ਕਿ ਉਹਨਾਂ ਨੇ ਕਿਹਾ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਸ਼ਰਾਬ ਦੇ ਉੱਪਰ ਸ਼ਰਾਬ ਦੇ ਰੇਟ ਔਰ ਜਿਹੜੇ ਟੈਕਸਿਸ ਨੇ ਉਹ ਵਧਾ ਦਿੱਤੇ ਜਾਣੇ ਚਾਹੀਦੇ ਨੇ। ਮੈਂ ਮੁੰਡੇਕ ਸਿੰਘ ਆਹਲੂਵਾਲੀਆ ਜੀ ਨੂੰ ਇਹ ਪੁੱਛਣਾ ਚਾਹੂੰਗਾ, ਦੱਸਣਾ ਚਾਹੂੰਗਾ ਉਹਨਾਂ ਨੂੰ ਕਿ ਪੰਜਾਬ ਉਹ ਸਟੇਟ ਹੈ ਜਿੱਥੇ ਟੈਕਸਿਸ ਨੇ ਉਹ ਆਲਰੇਡੀ ਸਾਰੀਆਂ ਸਟੇਟਾਂ ਨਾਲੋਂ ਵੱਧ ਨੇ, ਪਰ ਕੈਪੀਟਲ ਕੰਜ਼ੰਪਸ਼ਨ ਹੈ ਜਿਹੜੀ ਉਹ ਸਾਰੀਆਂ ਸਟੇਟਾਂ ਨਾਲੋਂ ਵੱਧ ਹੈ। ਪਰ ਜਿਹੜੀ ਪੈਰਲਲ ਇਕਨੋਮੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਦੇ ਵਿੱਚ ਮੰਤਰੀ ਔਰ ਅਫਸਰਾਂ ਦੇ ਵਿੱਚ ਵੀ ਪੌੜੇ ਪਾ ਕੇ ਰੱਖੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹੁਣ 125 ਬੰਦਾ ਜਿਹੜਾ ਉਹ ਪੰਜਾਬ ਦਾ ਮਾਝੇ ਰੀਜਨ ਦਾ ਮਾਰਿਆ ਗਿਆ ਤੇ ਉੱਥੇ ਸਪਸ਼ਟ ਜਿਸ ਤਰੀਕੇ ਦੇ ਨਾਲ ਸ਼ਰਾਬ ਮਾਫੀਆ ਚੱਲ ਰਹੇ ਜਿਸ ਦੀ ਵਜ੍ਹਾ ਕਰਕੇ ਤਕਰੀਬਨ 7-8 ਹਜ਼ਾਰ ਕਰੋੜ ਦਾ ਚੂਨਾ ਹਰ ਸਾਲ ਪੰਜਾਬ ਸਰਕਾਰ ਨੂੰ ਲੱਗਦਾ ਹੈ। ਮੈਂ ਸਮਝਦਾ ਜੇ ਕੋਈ ਉਹਦੇ ਬਾਰੇ ਉਹਨਾਂ ਨੇ ਕੋਈ ਉਪਰਾਲਾ ਦੱਸਿਆ ਹੁੰਦਾ, ਕੋਈ ਵੇ ਫਾਰਵਰਡ ਦੱਸਿਆ ਹੁੰਦਾ, ਕੋਈ ਤਰੀਕਾ ਦੱਸਿਆ ਹੁੰਦਾ ਇਸ ਭ੍ਰਸ਼ਟ ਸਰਕਾਰ ਨੂੰ ਤਾਂ ਸ਼ਾਇਦ ਬਿਹਤਰ ਹੁੰਦਾ। ਲੋਕ ਕਿਉਂਕਿ ਪੰਜਾਬ ਦੇ ਵਿੱਚ ਸ਼ਰਾਬ ਮਹਿੰਗੀ ਹੈ, ਨੇਬਰਿੰਗ ਸਟੇਟਸ ਨਾਲ ਚੰਡੀਗੜ੍ਹ ਨਾਲ ਕੰਪੈਰੀਜ਼ਨ ਕਰ ਲਓ, ਹਰਿਆਣੇ ਨਾਲ ਕੰਪੈਰੀਜ਼ਨ ਕਰ ਲਓ, ਪੰਜਾਬ ਦੇ ਵਿੱਚ ਮਹਿੰਗੀ ਹੋਣ ਕਰਕੇ ਆਸੇ-ਪਾਸੇ ਦੀਆਂ ਸਟੇਟਾਂ ਤੋਂ ਸਮਗਲ ਹੋ ਕੇ ਪੰਜਾਬ ਦੇ ਵਿੱਚ ਸ਼ਰਾਬ ਆਉਂਦੀ ਹੈ ਤੇ ਇਹ ਕਹਿੰਦੇ ਨੇ ਕਿ ਹੋਰ ਰੇਟ ਵਧਾ ਦਿਓ ਔਰ ਹੋਰ ਟੈਕਸਿਸ ਵਧਾ ਦਿਓ। ਸੋ ਇਹ ਕਿਹੜੀ ਇਕਨੋਮੀ ਹੈ? ਇਹ ਮੇਰੀ ਤਾਂ ਘੱਟੋ ਘੱਟ ਆਮ ਆਦਮੀ ਪਾਰਟੀ ਦੀ ਸਮਝ ਤੋਂ ਬਾਹਰ ਹੈ। ਮੈਂ ਇਹ ਕਹਿਣਾ ਕਿ ਜਿਹੜੇ ਟੈਕਸਿਸ ਨੇ ਉਹਦੇ ਉੱਪਰ ਘਟਣੇ ਚਾਹੀਦੇ ਨੇ ਔਰ ਸਮਗਲਿੰਗ ਹੈ ਜਿਹੜੀ ਚਾਹੇ ਇੰਟਰਸਟੇਟ ਪੰਜਾਬ ਤੋਂ ਬਾਹਰ ਜਾਂਦੀ ਹੈ ਜਾਂ ਉਧਰੋਂ ਪੰਜਾਬ ਦੇ ਵਿੱਚ ਆਉਂਦੀ ਹੈ ਔਰ ਜਿਸ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਡਿਸਟਿਲਰੀਆਂ ਚੱਲ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਭੱਠਿਆਂ ਦੇ ਉੱਪਰ, ਜਿਸ ਤਰੀਕੇ ਦੇ ਨਾਲ ਗੋਦਾਮਾਂ ਦੇ ਵਿੱਚ ਇਲੀਗਲ 2 ਨੰਬਰ ਦੀਆਂ ਸ਼ਰਾਬਾਂ ਬਣ ਰਹੀਆਂ ਨੇ ਉਹਦੇ ਉੱਪਰ ਕੰਟਰੋਲ ਕੀਤਾ ਜਾਣਾ ਚਾਹੀਦਾ ਤਾਂ ਕਿ ਜਿੰਨੀ ਕੰਜ਼ੰਪਸ਼ਨ ਹੋਵੇ ਉਹ 1 ਨੰਬਰ ਦੇ ਵਿੱਚ ਹੋਵੇ ਤੇ ਉਹਦਾ ਰੈਵਨਿਊ ਕਲੈਕਸ਼ਨ ਹੈ ਜਿਹੜਾ ਉਹ ਸਟੇਟ ਦੇ ਖਜ਼ਾਨੇ ਦੇ ਵਿੱਚ ਆਵੇ, ਜਿਹਦੇ ਨਾਲ ਘੱਟੋ ਘੱਟ 7-8 ਹਜ਼ਾਰ ਕਰੋੜ ਰੁਪਏ ਜਿਹੜਾ ਅੱਜ 5000 ਕਰੋੜ ਆਉਂਦਾ ਸਰਕਾਰ ਨੂੰ ਇਹ ਘੱਟੋ ਘੱਟ ਵੱਧ ਕੇ 12-13 ਹਜ਼ਾਰ ਕਰੋੜ ਦੇ ਪਹੁੰਚ ਸਕਦਾ ਹੈ। ਇਹ ਸਾਡਾ ਆਮ ਆਦਮੀ ਦਾ ਇਕਨੋਮਿਕ ਫਾਰਮੂਲਾ ਔਰ ਇਹ ਲੇਮੈਨ ਦੀ ਸਮਝ ਕਹਿੰਦੀ ਹੈ। ਸੋ ਇਸ ਕਰਕੇ ਇਹ ਜਿਹੜੀਆਂ ਇਹਨਾਂ ਨੇ ਸਿਫਾਰਿਸ਼ਾਂ ਪਹਿਲੇ ਪੜਾਅ ਦੇ ਵਿੱਚ ਪੰਜਾਬ ਸਰਕਾਰ ਨੂੰ ਦਿੱਤੀਆਂ ਨੇ, ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਇਹਨਾਂ ਦੇ ਉੱਪਰ ਕਿੰਨਾ ਅਮਲ ਕਰਦੇ ਨੇ ਕਿੰਨਾ ਨਹੀਂ ਕਰਦੇ ਹੈਗੇ। ਪਰ 2 ਚੀਜ਼ਾਂ ਇਹਦੇ ਵਿੱਚ ਸਪਸ਼ਟ ਨੇ ਕਿ ਜਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਜਦੋਂ ਆਈ ਉਹਨਾਂ ਨੇ ਸ਼ਾਂਤਾ ਕੁਮਾਰ ਕਮੇਟੀ ਦੀ ਰਿਪੋਰਟ ਬਣਾਈ, ਉਸ ਕਮੇਟੀ ਦੇ ਵਿੱਚ ਕੀ ਸੀਗਾ ਕਿ ਤੁਸੀਂ ਐਫਸੀਆਈ ਤੋੜ ਦਿਓ, ਤੁਸੀਂ ਐਮਐਸਪੀ ਤੋੜ ਦਿਓ, ਤੁਸੀਂ ਐਸ਼ੋਰਡ ਪਰਚੇਜ਼ ਹੈ ਜਿਹੜੀ ਉਹ ਤੋੜ ਦਿਓ। ਇਹ ਚੀਜ਼ਾਂ ਅੱਜ 5-6 ਸਾਲ ਬਾਅਦ ਉਹ ਦਿਖਣੀਆਂ ਸ਼ੁਰੂ ਹੋ ਗਈਆਂ। ਇਹ ਜਿਹੜੀ ਵੀ ਇਹਨਾਂ ਨੇ ਕਮੇਟੀ ਬਣਾਈ ਹੈ ਡਾਕਟਰ ਆਪਣਾ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਨੇ, ਡਾਕਟਰ ਮੁੰਡੇਕ ਸਿੰਘ ਆਹਲੂਵਾਲੀਆ ਦੀ, ਇਹ ਕਿਸਾਨੀ ਨੂੰ ਖਤਮ ਕਰਨ ਵਾਲੀ ਹੈ ਕਿਉਂਕਿ ਜਿਹੜੇ 3 ਐਗਰੀਕਲਚਰ ਆਰਡੀਨੈਂਸਸ ਨੇ ਉਹਨਾਂ ਦੀ ਇਹ ਖੁੱਲ੍ਹੇਆਮ ਸਪੋਰਟ ਕਰ ਰਹੇ ਨੇ ਓਪਨ ਮਾਰਕੀਟ ਦੀ। ਇਹ ਕਿਸਾਨਾਂ ਨੂੰ ਖਤਮ ਕਰ ਦੇਗੀ। ਇਹ ਜਿਹੜੀ ਪੰਜਾਬ ਦੇ ਵਿੱਚ ਬਿਜਲੀ ਹੈ ਮਹਿੰਗੀ ਹੈ ਸਭ ਤੋਂ, ਉਹਨੂੰ ਹੋਰ ਮਹਿੰਗਾ ਕਰ ਦੇਗੀ। ਗੁੱਡ ਇਲੈਕਟ੍ਰਿਸਿਟੀ ਬੈਡ ਇਲੈਕਟ੍ਰਿਸਿਟੀ ਦਾ ਕਨਸੈਪਟ ਹੈ ਜਿਹੜਾ ਉਹ ਆ ਜਾਏਗਾ। ਇਹ ਰਿਪੋਰਟ ਹੈ ਜਿਹੜੀ ਉਹ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਕੇਂਦਰ ਸਰਕਾਰ ਦੇ ਨੂੰ ਸਪੋਰਟ ਕਰਦੀ ਹੈ ਔਰ ਜਦੋਂ ਪ੍ਰਾਈਵੇਟ ਜਨਰੇਸ਼ਨ ਹੋ ਜੇ ਡਿਸਟ੍ਰੀਬਿਊਸ਼ਨ ਹੋ ਜਾਏਗੀ ਤੇ ਬਿਜਲੀ ਹੋਰ ਮਹਿੰਗੀ ਹੋ ਜਾਣੀ ਹੈ। ਔਰ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕਿ ਪ੍ਰਾਈਵੇਟਾਈਜੇਸ਼ਨ ਹੈ ਔਰ ਸਰਕਾਰੀ ਥਰਮਲ ਪਲਾਂਟਾਂ ਨੂੰ ਇਹਨਾਂ ਨੇ ਬੰਦ ਕਰਨ ਦੀ ਗੱਲ ਕੀਤੀ ਹੈ। ਮੈਂ ਸਮਝਦਾ ਕਿ ਕਾਫੀ ਹੱਦ ਤੱਕ ਇਹ ਉਹੀ ਬੋਲੀ ਬੋਲ ਰਹੀ ਹੈ ਕਮੇਟੀ ਜਿਨ੍ਹਾਂ ਪਦ ਚਿੰਨ੍ਹਾਂ ਦੇ ਉੱਪਰ ਮੋਦੀ ਸਾਹਿਬ ਚਲਾਉਣਾ ਚਾਹੁੰਦੇ ਨੇ। ਮੈਨੂੰ ਤਾਂ ਇਹ ਹੁਣ ਕਨਕਲੂਡ ਕਰੂੰਗਾ, ਮੈਨੂੰ ਇਹ ਸ਼ੱਕ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੋਦੀ ਸਾਹਿਬ ਨੇ ਸ਼ਾਇਦ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਦੀ ਉਹਨਾਂ ਦੀ ਜ਼ਾਤੀ ਮਜਬੂਰੀਆਂ ਕਰਕੇ
ਬਾਂਹ ਮਰੋੜੀ ਗਈ ਹੈ ਕਿ ਤੁਸੀਂ ਖੇਤੀ ਆਰਡੀਨੈਂਸਿਸ ਦੀ ਵੀ ਸਪੋਰਟ ਕਰੋ, ਤੁਸੀਂ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਦੀ ਵੀ ਸਪੋਰਟ ਕਰੋ ਤੇ ਪ੍ਰਾਈਵੇਟਾਈਜੇਸ਼ਨ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਹਰੇਕ ਸੈਕਟਰ ਦੇ ਵਿੱਚ, ਤਾਂ ਕਿ ਉਹਨਾਂ ਦੇ ਜਿਹੜੇ ਅਡਾਨੀ ਅੰਬਾਨੀ ਉਹਨਾਂ ਦੇ ਮਿੱਤਰ ਨੇ ਉਹਨਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ। ਸੋ ਅਸੀਂ ਇਸ ਰਿਪੋਰਟ ਨੂੰ ਪ੍ਰੀਲਿਮਿਨਰੀ ਤੌਰ ਦੇ ਉੱਪਰ ਆਮ ਆਦਮੀ ਪਾਰਟੀ ਰੱਦ ਕਰਦੀ ਹੈ, ਕਿਉਂਕਿ ਇਹ ਕਿਸਾਨਾਂ ਦੇ, ਇਹ ਵਪਾਰੀਆਂ ਦੇ, ਇਹ ਆਮ ਕੰਜ਼ਿਊਮਰ ਦੇ, ਖਪਤਕਾਰ ਦੇ ਇੰਟਰਸਟ ਦੇ ਬਿਲਕੁਲ ਅਗੇਂਸਟ ਹੈ ਤੇ ਪੰਜਾਬ ਦੇ ਰੈਵਨਿਊ ਦੀ ਜਿੱਥੇ ਆਪਾਂ ਗੱਲ ਕਰ ਰਹੇ ਹਾਂ, ਇਹ ਤਾਂ ਹਰੇਕ ਨੂੰ ਪਤਾ ਹੈ ਕਿ ਜੇ ਤੁਸੀਂ ਕਹੋਗੇ ਸਬਸਿਡੀ ਬੰਦ ਕਰ ਦਿਓ, ਜੇ ਬੰਦ ਕਰ ਦੋਗੇ 6000 ਕਰੋੜ ਤੁਹਾਡੇ ਕੋਲ ਬਚ ਗਿਆ। ਇਹਦੇ 'ਚ ਇਕਨੋਮਿਕ ਸਮਝ ਕੀ ਹੈ ਜੀ? ਇਹ ਤੁਸੀਂ ਰੇਟ ਵਧਾ ਦਿਓ ਜੀ, ਸ਼ਰਾਬ ਦੇ ਟੈਕਸਿਸ ਵਧਾ ਦਿਓ ਸ਼ਰਾਬ ਦੇ, ਇਹ ਤਾਂ ਹਰੇਕ ਨੂੰ ਪਤਾ ਹੀ ਜੇ ਵਧਾ ਦੋਗੇ ਤਾਂ ਪੈਸਾ ਤੁਹਾਡੇ ਕੋਲ ਵੱਧ ਆਉਣ ਲੱਗ ਜਾਊਗਾ, ਪਰ ਉਹ ਪਿਲਫਰੇਜ ਕਿੱਥੇ ਕਿੱਥੇ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਕਰਨ ਦੇ ਲਈ, ਰੋਕਣ ਦੇ ਲਈ, ਬੰਦ ਕਰਨ ਦੇ ਲਈ ਇੱਕ ਇਮਾਨਦਾਰ ਸਰਕਾਰ ਚਾਹੀਦੀ ਹੈ, ਜਿਹੜੀ ਕਿ ਵਿਲ ਔਰ ਨੀਅਤ ਔਰ ਨੀਤੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਹੈ ਨਹੀਂ।